ਸਤਿ ਸ਼੍ਰੀ ਅਕਾਲ ਜੀ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰਾਂ ਟੌਪ ਦੀਆਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਨਾਲ ਸੰਬੰਧਿਤ ਜਾਂ ਹੋਰ ਕਿਸੇ ਵੀ ਵਿਸ਼ੇ ਦੇ ਉੱਤੇ ਦੇਸ਼ ਭਰ ਦੀਆਂ ਖਬਰਾਂ ਜਾਂ ਕੋਈ ਵੀ ਵਿਸ਼ਾ ਹੋਵੇ ਜਿਹੜਾ ਵਿਦੇਸ਼ ਨੂੰ ਵੀ ਟੱਚ ਕਰਦਾ ਹੋਵੇ ਉਹਨਾਂ ਤੇ ਚਰਚਾ ਕਰਦੇ ਹਾਂ। ਅੱਜ ਦੀਆਂ ਤਾਜ਼ਾ ਖਬਰਾਂ ਤੇ ਕੁਝ ਜਿਹੜੀਆਂ ਕੱਲ ਬੀਤ ਚੁੱਕੀਆਂ ਖਬਰਾਂ ਨੇ ਜਾਂ ਕੋਈ ਖਾਸ ਉਹਨਾਂ ਦੇ ਉੱਤੇ ਰਿਐਕਸ਼ਨ ਹੋਇਆ ਸਰਕਾਰ ਦਾ ਜਾਂ ਵਿਰੋਧੀ ਧਿਰ ਦਾ, ਖਾਸ ਕਰ ਰਾਜਨੀਤੀ ਨਾਲ ਸੰਬੰਧਿਤ ਜਾਂ ਆਰਥਿਕਤਾ ਨਾਲ ਸੰਬੰਧਿਤ, ਐਜੂਕੇਸ਼ਨ ਨਾਲ ਸੰਬੰਧਿਤ ਉਹਨਾਂ ਖਬਰਾਂ 'ਤੇ ਚਰਚਾ ਕਰਦੇ ਹਾਂ। ਅੱਜ ਵੀ ਤੁਹਾਡੇ ਰੂਬਰੂ ਇਸੇ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ ਤੇ ਗੱਲਬਾਤ ਕਰਾਂਗੇ ਅੱਜ ਦੀਆਂ ਖਾਸ ਖਬਰਾਂ ਤੇ। ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਪਰਮਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਜਿਹੜਾ ਇੱਕ ਤਾਂ ਗਰਮੀ ਦਾ ਮੌਸਮ ਦੇਖੋ ਵੱਧ ਰਿਹਾ ਜੀ ਜੀ ਜੀ, ਲਗਾਤਾਰ ਤਾਪਮਾਨ ਵੱਧਦਾ ਜਾ ਰਿਹਾ, ਬਿਲਕੁਲ ਨਾਲ ਜਿਹੜਾ ਸਿਆਸਤ ਗਰਮਾ ਰਹੀ ਹੈ, ਬਿਲਕੁਲ ਨਾਲ ਜਿਹੜੇ ਘਪਲਿਆਂ ਦਾ ਦੌਰ ਹੈ ਉਹਦੇ ਵਿੱਚ ਵੀ ਪੂਰੀ ਗਰਮੀ ਆ ਚੁੱਕੀ ਹੈ। ਜੀ ਜੀ, ਸਾਰੀਆਂ ਵਿਰੋਧੀ ਧਿਰਾਂ ਕੀ ਸਰਕਾਰ ਦੇ ਬੰਦੇ ਕੀ ਸਭ ਲੱਗੇ ਹੋਏ ਨੇ ਇੱਕ ਦੂਜੇ ਨੂੰ ਚੀਕੜ ਉਛਾਲਣ ਤੇ ਨਾਲ ਜਿਹੜੇ ਸੰਘਰਸ਼ ਕਰ ਰਹੇ ਨੇ, ਚਾਹੇ ਉਹ ਕਿਸਾਨ ਨੇ ਜਾਂ ਮੁਲਾਜ਼ਮ ਜਥੇਬੰਦੀਆਂ ਜਾਂ ਬੇਰੁਜ਼ਗਾਰ ਨੇ, ਉਹ ਸਾਰੇ ਉਹ ਵੀ ਇੱਕਦਮ ਗਰਮੀ ਖਾ ਕੇ ਕਹਿ ਲਓ ਗਰਮ ਹੋ ਗਏ ਇੱਕਦਮ। ਤੇ ਉਹਨਾਂ ਨੇ ਵੀ ਸੰਘਰਸ਼ ਆਪਣਾ ਵੱਡੇ ਪੱਧਰ ਤੇ ਵਿੱਢ ਦਿੱਤਾ। ਬਿਲਕੁਲ ਅੱਜ ਤੁਸੀਂ ਦੇਖਿਆ ਹੀ ਹੈ ਜਿਵੇਂ ਪਟਿਆਲਾ ਦੇ ਵਿੱਚ ਬੇਰੁਜ਼ਗਾਰਾਂ ਨਾਲ ਜੋ ਹੋਇਆ, ਸ਼ਾਹੀ ਸ਼ਹਿਰ ਦੇ ਵਿੱਚ ਜੀ, ਸੀਐਮ ਦੇ ਸ਼ਹਿਰ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਉੱਥੋਂ ਹੀ ਕਰ ਲੈਂਦੇ ਆ। ਇਹ ਬੇਰੁਜ਼ਗਾਰ ਨੇ ਮੋਤੀ ਮਹਿਲ ਘੇਰਨ ਜਾ ਰਹੇ ਸੀ ਤੇ ਪੁਲਿਸ ਨੇ ਘੇਰ ਬੜਾ ਬੁਰੀ ਤਰ੍ਹਾਂ ਕਹਿੰਦਾ ਉਹ ਇਹਨਾਂ ਨਾਲ ਬਦਸਲੂਕੀ ਕੀਤੀ ਹੈ, ਕੁੱਟ ਕੇ ਇਹਨਾਂ ਨੂੰ ਬੱਸਾਂ 'ਚ ਬੰਦ ਕਰਕੇ ਲੈ ਕੇ ਗਏ। ਇਹ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਮਾਮਲਿਆਂ ਨੂੰ ਜਦੋਂ ਚੋਣਾਂ ਨੇੜੇ ਆ ਜਾਂਦੀਆਂ ਨੇ ਤੇ ਪਹਿਲਾਂ ਵਾਅਦੇ ਵੀ ਕਰਦੀਆਂ ਨੇ ਪਾਰਟੀਆਂ, ਰਾਜਨੀਤਿਕ ਪਾਰਟੀਆਂ, ਤੇ ਮੌਕੇ ਦੇ ਕੇ ਭੁੱਲ ਜਾਂਦੀਆਂ ਨੇ 4 ਸਾਲ ਫਿਰ ਵਿਚਾਰੇ ਇਹ ਸੜਕਾਂ ਤੇ ਆ ਜਾਂਦੇ ਨੇ। ਪਰਮਿੰਦਰ ਜੀ ਦੇਖੋ, ਪਹਿਲੀ ਗੱਲ ਤਾਂ ਅੱਜ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਪੁਲਿਸ ਨੇ ਔਰ ਸਰਕਾਰ ਨੇ ਮਿਲ ਕੇ, ਕਿਉਂਕਿ ਸਰਕਾਰ ਤੋਂ ਦੇ ਆਰਡਰ ਤੋਂ ਬਿਨਾਂ ਪੁਲਿਸ ਕਦੇ ਹੱਥ ਨਹੀਂ ਚੱਕ ਸਕਦੀ, ਪਰ ਇਹਦੇ ਵਿੱਚ ਆਪਾਂ ਦੇਖਿਆ ਕਿ ਕੈਪਟਨ ਸਾਹਿਬ ਦੇ ਆਪਣੇ ਸ਼ਹਿਰ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਬੇਰੁਜ਼ਗਾਰਾਂ ਨੂੰ ਕੁੱਟਿਆ ਗਿਆ ਔਰ ਜਿਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਡੰਡੇ ਵਰਾਏ ਗਏ ਨੇ ਔਰ ਪੱਗਾਂ ਉਛਾਲੀਆਂ ਗਈਆਂ ਨੇ, ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਕੈਪਟਨ ਸਾਹਿਬ ਦੇ ਜਾਂ ਹੋਰ ਕਿਸੇ ਅੱਜ ਤੱਕ ਅਸੀਂ ਨਹੀਂ ਦੇਖੇ। ਉਹਦਾ ਵੱਡਾ ਕਾਰਨ ਪਰਮਿੰਦਰ ਜੀ ਇਹ ਹੈ ਕਿ ਕੈਪਟਨ ਸਾਹਿਬ ਨੇ, ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੈ ਕਿ ਲਗਾਤਾਰ ਅੱਜ ਤੋਂ 4.5 ਸਾਲ ਪਹਿਲਾਂ ਇਹ ਕਿਹਾ ਸੀਗਾ ਕਿ ਤੁਸੀਂ ਮੈਨੂੰ ਵੋਟਾਂ ਪਾਓ, ਮੈਂ ਤੁਹਾਨੂੰ ਘਰ ਨੌਕਰੀ ਦਊਂਗਾ, ਔਰ ਬਕਾਇਦਾ ਤੌਰ ਤੇ ਸਾਈਨ ਕਰਕੇ ਫਾਰਮ ਜਿਹੜੇ ਸੀਗੇ ਉਹ ਦਿੱਤੇ ਗਏ, ਕਾਰਡ ਵੀ ਲੋਕਾਂ ਨੂੰ ਵੰਡੇ ਗਏ। ਪਰ ਕਿੱਥੇ ਸੀ ਅੱਜ ਤਾਂ 4.5 ਸਾਲ ਹੋ ਗਏ ਸਰਕਾਰ ਬਣੀ ਨੂੰ, ਕਿੱਥੇ ਗਈਆਂ ਉਹ ਨੌਕਰੀਆਂ, ਕਿੱਥੇ ਗਏ ਉਹ ਵਾਅਦੇ? ਅੱਜ ਹਰ ਪੰਜਾਬ ਦਾ ਬੱਚਾ ਕੈਪਟਨ ਸਾਹਿਬ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਉਹ ਤੁਹਾਡੇ ਵਾਅਦੇ ਜਿਹੜੇ ਨੇ ਅੱਜ ਉਹ ਕੋਈ ਨਜ਼ਰ ਨਹੀਂ ਆ ਰਹੇ। ਜਿੱਥੇ ਇੱਕ ਪਾਸੇ ਉਹ ਕਹਿੰਦੇ ਨੇ ਅਸੀਂ 85% ਵਾਅਦੇ ਪੂਰੇ ਕਰਤੇ, ਮੈਨੂੰ ਲੱਗਦਾ ਹੈ ਕਿ ਤੁਸੀਂ 0.8% ਵੀ ਜਿਹੜੇ ਵਾਅਦੇ ਨੇ ਉਹ ਕਦੇ ਪ੍ਰੈਕਟੀਕਲੀ ਰੂਪ ਦੇ ਵਿੱਚ ਦਿਖਾਈ ਨਹੀਂ ਦੇ ਰਹੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਪੰਜਾਬ ਦਾ ਬੱਚਾ ਤਰਾਹ ਕਰ ਰਿਹਾ ਹੈ ਔਰ ਸਾਡੇ ਅਧਿਆਪਕ ਸਾਹਿਬਾਨ ਟੈਂਕੀਆਂ ਤੇ ਚੜੇ ਹੋਏ ਨੇ, ਟਾਵਰਾਂ ਤੇ ਚੜੇ ਹੋਏ ਨੇ, ਨਹਿਰਾਂ ਦੇ ਵਿੱਚ ਛਾਲਾਂ ਮਾਰ ਰਹੇ ਨੇ, ਔਰ ਜਦੋਂ ਕੋਈ ਆਪਣੇ ਨੌਕਰੀਆਂ ਮੰਗਦੇ ਆ ਤਾਂ ਡੰਡੇ ਵਰਾਏ ਜਾਂਦੇ ਨੇ ਉਹਨਾਂ ਦੇ ਉੱਤੇ। ਔਰ ਇੱਕ ਪਾਸੇ ਇਹ ਕਿਹਾ ਜਾ ਰਿਹਾ ਪਰਮਿੰਦਰ ਜੀ ਕਿ ਜਿਹੜਾ ਪੰਜਾਬ ਹੈ ਸਿੱਖਿਆ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ। ਇਹ ਮਤਲਬ ਇਦਾਂ ਦੀਆਂ ਅਫਵਾਹਾਂ ਜਦੋਂ ਫਲਾਈਆਂ ਜਾਂਦੀਆਂ ਨੇ, ਇਦਾਂ ਦੇ ਲੋਕਾਂ ਨੂੰ ਜਿਹੜਾ ਹੈਗਾ ਦੱਸਿਆ ਜਾਂਦਾ, ਝੂਠ ਤੇ ਜਿਹੜਾ ਹੈਗਾ ਪ੍ਰਚਾਰ ਕੀਤਾ ਜਾਂਦਾ। ਸੋ ਇਸ ਕਰਕੇ ਜਿੱਥੇ ਅੱਜ ਇਨਫਰਾਸਟ੍ਰਕਚਰ ਦੀ ਲੋੜ ਹੈ, ਜਿੱਥੇ ਅੱਜ ਨੌਕਰੀਆਂ ਦੀ ਲੋੜ ਹੈ, ਅਧਿਆਪਕ, ਕਿਉਂਕਿ ਜੇ ਆਪਾਂ ਕਹੀਏ ਕਿ ਰੰਗ ਕਰਕੇ ਕਲੀ ਕਰਕੇ ਜਿਹੜਾ ਹੈਗਾ ਸਮਾਰਟ ਸਕੂਲ ਬਣ ਜਾਣਗੇ, ਇਹ ਕਦੇ ਵੀ ਨਹੀਂ ਹੁੰਦਾ ਜਿੰਨੀ ਦੇਰ ਤੁਹਾਨੂੰ ਬੱਚਿਆਂ ਨੂੰ ਆਪਣੇ ਸਬਜੈਕਟ ਦਾ ਟੀਚਰ ਨਹੀਂ ਮਿਲਦੇ ਔਰ ਤੁਸੀਂ ਟੀਚਰਾਂ ਦੀ ਭਰਤੀ ਨਹੀਂ ਕਰਦੇ, ਤੁਸੀਂ ਟੀਚਰਾਂ ਦਾ ਜਿਹੜਾ ਹੈਗਾ ਮਾਣ ਪੱਤਾ ਜਿਹੜਾ ਹੈਗਾ ਨਹੀਂ ਦਿੰਦੇ ਉਹਨਾਂ ਨੂੰ, ਔਰ ਉਹਨਾਂ ਦਾ ਜਿਹੜਾ ਫੰਡਿੰਗ ਹੈ ਉਹਨਾਂ ਦੀ ਉਹ ਤੁਸੀਂ ਬਕਾਇਦਾ ਨਹੀਂ ਵਧਾਉਂਦੇ। ਅੱਜ ਕਿਸੇ ਵੇਲੇ 33% ਜਿਹੜਾ ਸੀਗਾ ਐਜੂਕੇਸ਼ਨ ਦੇ ਖਰਚ ਦੀ ਸੀ ਸਰਕਾਰ, ਅੱਜ ਸਿਰਫ ਉਹ 10% ਰਹਿ ਗਿਆ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕਹਿਣੀਆਂ ਮੀਡੀਆ 'ਚ ਆ ਕੇ ਕਿ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ, ਅਸੀਂ ਬਹੁਤ ਮੱਲਾਂ ਮਾਰ ਲਈਆਂ ਨੇ ਐਜੂਕੇਸ਼ਨ ਦੇ ਵਿੱਚ, ਇਦੋਂ ਵੱਡਾ ਕੋਈ ਝੂਠ ਹੋ ਨਹੀਂ ਸਕਦਾ। ਪੰਜਾਬ ਕਿਉਂਕਿ ਪਿਛਲੇ 1.5-2 ਸਾਲਾਂ ਤੋਂ ਲਗਾਤਾਰ ਸਕੂਲ ਬੰਦ ਪਏ ਨੇ ਔਰ ਸਕੂਲ ਬੰਦ ਹੋਣ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਬੱਚੇ ਜਿਹੜੇ ਨੇ ਕਿਵੇਂ ਵਿਚਾਰੇ ਆਪਣੀ ਐਜੂਕੇਸ਼ਨ ਤੋਂ ਵਾਂਝੇ ਹੋ ਰਹੇ ਨੇ। ਔਰ ਉਹਨਾਂ ਨੂੰ 10ਵੀਂ ਦਾ ਜਦੋਂ ਰਿਜ਼ਲਟ ਆਇਆ
ਪਰਮਿੰਦਰ ਜੀ ਇਹ ਕਦੇ ਹੋਇਆ ਕਿ ਫੁੱਲ 100% ਮਾਰਕਸ ਕੋਈ ਬੱਚਾ ਲੈ ਜਾਏ? ਇਹ ਮਤਲਬ ਵੱਡੇ ਪੱਧਰ ਤੇ ਜਿਹੜਾ ਹੈਗਾ ਇਹਦੇ ਵਿੱਚ ਫਰਾਡ ਹੋਏ ਨੇ ਔਰ ਬੱਚਿਆਂ ਨੂੰ ਨਕਾਰਾ ਬਣਾਇਆ ਜਾ ਰਿਹਾ ਮਾਨਸਿਕ ਤੌਰ ਤੇ। ਇਦਾਂ ਦੀਆਂ ਮਤਲਬ ਇੱਕ ਪਾਸੇ ਸਰਕਾਰਾਂ ਇਹ ਗੱਲਾਂ ਕਰ ਰਹੀਆਂ ਨੇ ਔਰ ਦੂਜੇ ਪਾਸੇ ਸਾਡੇ ਅਧਿਆਪਕ ਸਾਹਿਬਾਨ ਨੂੰ ਕੁੱਟਿਆ ਜਾ ਰਿਹਾ ਹੈ ਔਰ ਬਿਲਕੁਲ ਜਿਹੜੀਆਂ ਨੇ ਰੁਜ਼ਗਾਰ ਬੰਦ ਕੀਤੇ ਜਾ ਰਹੇ ਨੇ। ਔਰ ਦੂਜੇ ਪਾਸੇ ਤੁਸੀਂ ਦੇਖੋਗੇ ਕਿ ਜਿਹੜੇ MLA ਸਾਹਿਬਾਨ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ DSP ਤੱਕ ਦੀਆਂ ਜਿਹੜੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਜਿਹੜਾ ਵਿਰੋਧਾਭਾਸ ਹੈ ਔਰ ਇਹ ਜਿਹੜਾ ਸਾਰੀ ਹਫੜਾ ਦਫੜੀ ਫੈਲੀ ਹੋਈ ਹੈ ਔਰ ਉਹਦੇ ਪਿੱਛੇ ਵੱਡਾ ਕਾਰਨ ਇਹੀ ਹੈ ਕਿ ਕੈਪਟਨ ਸਾਹਿਬ ਨੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਅੱਜ ਉਹ 4.5 ਸਾਲ ਤੋਂ ਪੰਜਾਬ ਦੇ ਵਿੱਚ ਬੜੇ ਨਹੀਂ ਹੈਗੇ ਔਰ ਉੱਤੋਂ ਉਹ ਆਪਣੇ ਪੁਲਿਸ ਤੋਂ ਸਾਡੇ ਜਿਹੜੇ ਨੌਜਵਾਨਾਂ ਨੂੰ ਬੇਰੁਜ਼ਗਾਰ ਨੂੰ ਕੱਲ ਦੀ ਗੱਲ ਕੀਤੀ ਹੈ ਕੈਪਟਨ ਸਾਹਿਬ ਦੇ ਸ਼ਹਿਰ ਦੀ, ਉੱਥੇ ਨੇਤਰਹੀਣਾਂ ਨੇ ਵਿਚਾਰਿਆਂ ਨੇ ਕੱਲ ਬੜਾ ਵੱਡਾ ਪ੍ਰੋਟੈਕਟ ਜਿਹੜਾ ਹੈਗੀ ਵਿਰੋਧ ਕੀਤਾ ਔਰ ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਵਿਚਾਰੇ ਜਿਹੜੇ ਨੇਤਰਹੀਣ ਨੇ ਆਪਣੇ ਤਬਲੇ ਵਜਾ ਰਹੇ ਨੇ, ਕੋਈ ਵਿਚਾਰਾ ਵਾਜਾ ਵਜਾ ਰਿਹਾ ਔਰ ਜਿਹੜੀ ਸਰਕਾਰ ਨੇਤਰਹੀਣਾਂ ਤੇ ਤਰਸ ਨਹੀਂ ਕਰਦੀ ਔਰ ਜਿਹੜੀ ਸਰਕਾਰ ਸਾਡੇ ਬੇਰੁਜ਼ਗਾਰਾਂ ਤੇ ਤਰਸ ਨਹੀਂ ਕਰਦੀ, ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਲੋਕ ਆਉਣ ਵਾਲੇ ਸਮੇਂ ਦੇ ਵਿੱਚ 22 ਦੇ ਵਿੱਚ ਜ਼ਰੂਰ ਸਬਕ ਸਿਖਾਉਣਗੇ। ਐਸੀ ਗੱਲ ਨਹੀਂ ਹੈ, ਸਮਾਂ ਆ ਗਿਆ, ਬਹੁਤ ਨੇੜੇ ਆ ਰਿਹਾ ਜੀ। ਡਾਕਟਰ ਸਾਹਿਬ ਇੱਕ ਤੁਸੀਂ ਗੱਲ ਕੀਤੀ ਹੈ ਜਿਹੜੀ ਉਹ ਕਿਹਾ ਵੀ MLA ਜਿਹੜੇ ਹੈਗੇ ਨੇ ਵਿਧਾਇਕ ਨੇ ਜਾਂ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ, ਉਹ ਵੀ DSP SS ਬੋਰਡ ਦਾ ਚੇਅਰਮੈਨ ਨੂੰ ਵੀ ਅੱਗੇ ਆ ਕੇ ਵੱਡੀਆਂ ਤਹਿਸੀਲਦਾਰ ਤੱਕ ਦੀਆਂ, ਹਾਂ ਉਹ SS ਬੋਰਡ ਦੇ ਚੇਅਰਮੈਨ ਨੂੰ ਵੀ ਅੱਗੇ ਆ ਕੇ ਕਹਿਣਾ ਪਿਆ ਕਿ MLA ਨੇ ਜਿਹੜੇ ਉਹ ਨੌਕਰੀਆਂ ਨਾ ਮੰਗਣ। ਜਾਨੀ ਕਿ ਇੱਕ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਇਸ ਤਰ੍ਹਾਂ ਦੇ ਬਿਆਨ ਤੋਂ ਇਹ ਨਹੀਂ ਲੱਗਦਾ ਕਿ ਪੂਰੀ ਤਰ੍ਹਾਂ ਸਰਕਾਰ ਦਾ ਪ੍ਰੈਸ਼ਰ ਹੁੰਦਾ ਕਿ ਜਿਹੜਾ ਬੰਦਾ ਸੀਟ ਤੇ ਬੈਠਾ ਉਹਨੂੰ ਪੂਰੀ ਤਰ੍ਹਾਂ ਪ੍ਰੈਸ਼ਰਾਈਜ਼ ਕਰਕੇ ਇਦਾਂ ਦੀਆਂ ਨੌਕਰੀਆਂ ਕ੍ਰੀਏਟ ਕਰਾਈਆਂ ਜਾਂਦੀਆਂ ਨੇ, ਸਪੈਸ਼ਲ ਦਿੱਤੇ ਜਾਣ ਤਾਂ ਉਹਨਾਂ ਨੂੰ ਵੀ ਇਦਾਂ ਬਿਆਨ ਦੇਣਾ ਪਿਆ? ਖਾਸ ਕਰ ਜਿਹੜੇ ਬੱਚੇ ਆਹ ਸੜਕਾਂ ਤੇ ਸੋਟੀਆਂ ਖਾ ਰਹੇ ਨੇ ਜੀ, ਯੋਗਤਾ ਰੱਖਦੇ ਨੇ, ਬਿਲਕੁਲ ਉਹਨਾਂ ਨੂੰ ਲਾਂਬੇ ਕਰਕੇ ਉਹਨਾਂ ਦੀ ਵੈਕੈਂਸੀਜ਼ ਨਹੀਂ ਹੈਗੀਆਂ ਜੀ, ਉਹਨਾਂ ਲਈ ਕੋਈ ਵੈਕੈਂਸੀ ਨਹੀਂ ਹੈਗੀ, ਖਾਲੀ ਪੋਸਟ ਕੋਈ ਨਹੀਂ ਹੈਗੀ ਜੀ। ਪਰ ਇਦਾਂ ਦੀਆਂ ਭਰਤੀਆਂ ਕਰਨੀਆਂ ਤੁਹਾਨੂੰ ਕਿੱਥੇ ਤੱਕ ਜਾਇਜ਼ ਹੈ? ਤੇ ਜੇ ਤੁਸੀਂ ਇਦਾਂ ਬੇਰੁਜ਼ਗਾਰਾਂ ਨੂੰ ਸੋਟੀਆਂ ਮਾਰਨੀਆਂ ਨੇ, ਠੀਕ ਹੈ, ਜਦੋਂ ਤੁਸੀਂ 10,000 ਬੱਚੇ ਨੂੰ ਕਿਸੇ ਨੌਕਰੀ ਕੀਤੀ ਹੈ ਤਾਂ ਇੱਕ MLA ਦਾ ਬੰਦਾ ਜੇ ਭਰਤੀ ਵੀ ਕਰ ਲਓਗੇ ਕੋਈ ਖੱਪ ਜਾਂਦਾ। ਜੀ ਜੀ ਬਿਲਕੁਲ। ਪਰ ਇੱਕ ਪਾਸੇ ਐਡੀ ਵੱਡੀ ਬੇਰੁਜ਼ਗਾਰੀ, ਹਜ਼ਾਰਾਂ ਦੀ ਤਾਦਾਦ 'ਚ ਬੱਚੇ ਫਿਰਦੇ ਨੇ ਫਿਰ ਸੜਕਾਂ ਦੇ ਉੱਤੇ, ਤੇ ਤੁਸੀਂ ਲਿਆ ਕੇ ਘਰਾਂ ਦੇ ਵਿੱਚੋਂ ਕੱਢ ਕੇ ਲਿਆ ਕੇ DSP ਤਹਿਸੀਲਦਾਰ ਭਰਤੀ ਕਰ ਰਹੇ ਹੋ। ਬਿਲਕੁਲ। ਇਸ ਤਰ੍ਹਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਵੱਡੀ ਪੋਸਟ ਤੇ ਬੈਠਾ ਚੇਅਰਮੈਨ ਦੇ ਤੌਰ ਤੇ ਬੈਠਾ ਹੋਵੇ ਬੰਦਾ ਤੇ ਇਦਾਂ ਦਾ ਬਿਆਨ ਦੇਵੇ? ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਉਹਦੇ ਵਾਸਤੇ, ਕਿਸ ਤਰ੍ਹਾਂ ਦਾ ਪ੍ਰੈਸ਼ਰ ਹੋਊਗਾ? ਪਰਮਿੰਦਰ ਜੀ ਦੇਖੋ, ਜਦੋਂ ਇਦਾਂ ਦੇ ਬਿਆਨ ਆਉਂਦੇ ਨੇ ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਔਰ ਇਸ ਕਰਕੇ ਜਿਹੜਾ ਉਹਨਾਂ ਨੂੰ ਬਾਹਰ ਆ ਕੇ ਜਿਹੜੀ ਆਪਣੀ ਗੱਲ ਰੱਖਣੀ ਪਈ ਹੈ। ਔਰ ਦੂਜੇ ਪਾਸੇ ਜਦੋਂ ਇਹ ਨਹੀਂ ਮੈਂ ਕਹਿੰਦਾ ਵੀ ਚਲੋ ਪ੍ਰੈਸ਼ਰ ਮੰਨ ਲਓ, ਪਰ ਜਿਹੜਾ ਇਹ ਗਰੀਬ ਲੋਕਾਂ ਦਾ, ਗਰੀਬ ਨੌਜਵਾਨਾਂ ਦਾ ਜਿਹੜਾ ਹੈਗਾ, ਆਮ ਜਿਹੜੇ ਸਧਾਰਨ ਘਰਾਂ ਦੇ ਵਿੱਚੋਂ ਪੜ੍ਹ ਕੇ ਲੋਕ ਆਏ ਨੇ ਔਰ ਲਗਾਤਾਰ ਸੜਕਾਂ ਦੇ ਉੱਤੇ ਬੈਠੇ ਨੇ, ਕੈਪਟਨ ਸਾਹਿਬ ਦੇ ਘਰ ਦੇ ਅੱਗੇ ਬੈਠੇ ਨੇ, ਇਹਨਾਂ ਦਾ ਵੀ ਪ੍ਰੈਸ਼ਰ ਬਣਨਾ ਚਾਹੀਦਾ ਨਾ। ਔਰ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਇਲੈਕਸ਼ਨਾਂ ਸੀ 19 ਦੇ ਵਿੱਚ ਤਾਂ ਲਗਾਤਾਰ ਅਧਿਆਪਕਾਂ ਨੇ, ਸਾਰੇ ਟੀਚਰਸ ਯੂਨੀਅਨ ਨੇ ਮਿਲ ਕੇ ਲੰਬਾ ਸਮਾਂ ਜਿਹੜਾ ਹੈ ਪਟਿਆਲੇ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਸੀਗਾ। ਸੋ ਉਹਦਾ ਵੀ ਜਿਹੜਾ ਹੈਗਾ ਸਰਕਾਰ ਦੇ ਕੰਨ ਤੋਂ ਜੂੰ ਨਹੀਂ ਸਰਕੀ ਜਦੋਂ 45,000 ਤੋਂ ਉਹਨਾਂ ਦੀ ਤਨਖਾਹ 15,000 ਕਰਤੀ ਸੀਗੀ, ਤੁਹਾਨੂੰ ਵੀ ਯਾਦ ਹੋਏਗਾ। ਸੋ ਇੱਕ ਤਾਨਾਸ਼ਾਹੀ ਦਾ ਜਿਹੜਾ ਰਵੱਈਆ ਹੈ ਸਰਕਾਰ ਜਿਹੜੀ ਹੈਗੀ ਲਾਗੂ ਕਰ ਰਹੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਤਾਂ ਇਹ ਲੱਗਦਾ ਕਿਉਂਕਿ ਮੇਰੀ ਆਖਰੀ ਪਾਰੀ, ਉਹਨਾਂ ਨੂੰ ਲੱਗਦਾ ਕਿ ਮੈਂ ਆਖਰੀ ਪਾਰੀ ਖੇਡਣ ਜਾ ਰਿਹਾ, ਹੁਣ ਅਗਲੀ ਵਾਰੀ ਕੋਈ ਜਿੱਤਦਾ ਕੋਈ ਹਾਰਦਾ ਸਾਨੂੰ ਕੀ ਹੈ, ਅਸੀਂ ਆਪਣਾ ਜਿਹੜਾ ਹੈਗਾ ਟਾਈਮ ਪਾਸ ਕਰੀਏ। ਸੋ ਇਸ ਕਰਕੇ ਕੈਪਟਨ ਸਾਹਿਬ ਜਿਹੜੇ ਨੇ ਲੋਕਾਂ ਦਾ ਜਿਹੜਾ ਹੈਗਾ ਧਿਆਨ ਆਪਣੀਆਂ ਜਿਹੜੀਆਂ ਮੰਗਾਂ ਤੋਂ ਭੜਕਾ ਕੇ ਇੱਧਰ ਜਿਹੜਾ ਹੈਗਾ ਲਾਉਣਾ ਚਾਹੁੰਦੇ ਨੇ ਔਰ ਆਪਣੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ, ਚਾਹੇ ਉਹ ਬਰਗਾੜੀ ਕਾਂਡ ਦਾ ਮਸਲਾ ਹੋਵੇ, ਚਾਹੇ ਕੋਟਕਪੂਰਾ ਗੋਲੀ ਕਾਂਡ ਦਾ ਮਸਲਾ ਹੋਵੇ, ਚਾਹੇ ਘਰ ਘਰ ਨੌਕਰੀ ਦਾ ਮਸਲਾ ਹੋਵੇ, ਚਾਹੇ ਨਸ਼ਿਆਂ ਨੂੰ 1 ਮਹੀਨੇ ਦੇ ਵਿੱਚ ਖਤਮ ਕਰਨ ਦਾ ਮਸਲਾ ਹੋਵੇ, ਇਹ ਸਾਰੇ ਮਸਲੇ ਅੱਜ ਕਿੱਥੇ ਨੇ? ਲੋਕ ਅੱਜ ਪੁੱਛਣਾ ਚਾਹੁੰਦੇ ਨੇ ਕੈਪਟਨ ਸਾਹਿਬ ਨੂੰ ਕਿ ਭਾਈ ਤੁਸੀਂ ਦੱਸੋ ਕਿ ਜਿਹੜੇ ਤੁਸੀਂ ਏਡੇ ਵੱਡੇ ਪਹਿਲਾਂ ਤਾਂ ਵਾਅਦੇ ਕਰ ਲਏ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ, ਹੁਣ ਤੁਸੀਂ ਕਿਉਂ ਨਹੀਂ ਦਿਖਾਈ ਦੇ ਰਹੇ? ਹੁਣ ਤੁਸੀਂ ਗਰਾਊਂਡ ਜ਼ੀਰੋ ਤੇ ਕਿਉਂ ਨਹੀਂ ਆ ਰਹੇ? ਔਰ ਇਦੋਂ ਵੀ ਵੱਡੀ ਗੱਲ ਪਰਮਿੰਦਰ ਜੀ ਤੁਸੀਂ ਵੀ ਇਸ਼ਾਰਾ ਕੀਤਾ ਹੈ ਕਿ ਜਿਹੜੀਆਂ ਇਸ ਵੇਲੇ ਪੰਜਾਬ ਕਰੋਨਾ ਕਰਕੇ ਤਰਾਹ ਕਰ ਰਿਹਾ ਔਰ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਪੰਜਾਬੀਆਂ ਦੀ ਮੌਤ ਹੋ ਚੁੱਕੀ ਹੈ ਇਸ ਬਿਮਾਰੀ ਦੇ ਕਰਕੇ। ਔਰ ਦੂਜੇ ਪਾਸੇ ਕੀ ਆ, ਚਾਹੇ ਉਹ ਕਿਟਾਂ ਦਾ ਮਸਲਾ ਹੋਵੇ, ਚਾਹੇ ਵੈਕਸੀਨ ਦਾ ਮਸਲਾ ਹੋਵੇ, ਉਹਦੇ ਵਿੱਚ ਘਪਲੇਬਾਜ਼ੀਆਂ ਸਾਹਮਣੇ ਆ ਰਹੀਆਂ ਨੇ। ਸੋ ਇੱਥੋਂ ਤੱਕ ਕਿ ਇਹਦਾ ਮਤਲਬ ਹੈ ਕਿ ਸਰਕਾਰ ਇਸ ਬਿਮਾਰੀ ਨੂੰ ਵੀ ਆਪਣਾ ਫਾਇਦਾ ਉਠਾਉਣਾ ਚਾਹੁੰਦੀ ਹੈ, ਉਹਦੇ ਵਿੱਚ ਵੀ ਘਪਲੇ ਕਰਨਾ ਚਾਹੁੰਦੀ ਹੈ, ਉਹਦੇ ਵਿੱਚੋਂ ਵੀ ਖਾਣੇ ਚਾਹੁੰਦੀ ਹੈ ਪੈਸੇ। ਸੋ ਉਹ ਗੱਲਾਂ ਜਿਹੜੀਆਂ ਨੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਸਰਕਾਰ ਹੈ ਉਹ ਤਾਂ ਦਿਖਾਈ ਨਹੀਂ ਦੇ ਰਹੀ
ਔਰ ਸਾਰਾ ਜਿਹੜਾ ਹੈਗਾ ਸੱਤਾ ਜਿਹੜੀ ਹੈਗੀ ਹੈ ਉਹ ਇਦਾਂ ਹੀ ਹੌਚ-ਪੌਚ ਜਿਹੜੀ ਹੈਗੀ ਹੋ ਰਹੀ ਹੈ, ਔਰ ਕਿਸੇ ਨੂੰ ਇੱਕ ਦੂਜੇ ਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਹੋ ਰਹੀ। ਔਰ ਇੱਕ ਪਾਸੇ ਸਾਡੇ ਸਾਰੇ ਜਿਹੜੇ ਨੌਜਵਾਨ ਰੁੜ ਰਹੇ ਨੇ, ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ। ਔਰ ਕੋਈ ਵੀ ਜਿਹੜਾ ਬੰਦਾ ਆਵਾਜ਼ ਉਠਾਉਂਦਾ ਹੈ, ਸਰਕਾਰ ਜਿਹੜੀ ਹੈਗੀ ਹੈ ਅੰਨੀ ਬੋਲੀ ਹੋਈ ਜਿਹੜੀ ਹੈ ਬੈਠੀ ਹੈ। ਔਰ ਸੈਂਟਰ ਦੇ ਵਿੱਚ ਮੋਦੀ ਸਾਹਿਬ ਬੈਠੇ ਨੇ। ਕਿਸਾਨ, ਆਪਾਂ ਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਸਾਡੇ ਕਿਸਾਨ ਜਿਹੜੇ ਨੇ, ਚਾਹੇ ਪੰਜਾਬ ਦੇ, ਹਰਿਆਣੇ ਦੇ, ਪੂਰੇ ਇਸ ਵੇਲੇ ਭਾਰਤ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਦੂਜੇ ਪਾਸੇ ਸਾਡੇ ਜਿਹੜੇ ਨੌਜਵਾਨ ਨੇ, ਚਾਹੇ ਉਹ ਅਧਿਆਪਕ ਹੋਣ, ਚਾਹੇ ਹੋਰ ਨੌਕਰੀਆਂ ਮੰਗਣ ਵਾਲੇ ਹੋਣ, ਉਹ ਕੈਪਟਨ ਸਾਹਿਬ ਦੇ ਜਿਹੜੇ ਘਰ ਦੇ ਅੱਗੇ ਲੰਬੇ ਸਮੇਂ ਤੋਂ ਬੈਠੇ ਨੇ। ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸਿੱਖਿਆ ਮੰਤਰੀ ਦੇ ਘਰ ਦੇ ਅੱਗੇ ਵਿਚਾਰੇ ਲੰਬੇ ਸਮੇਂ ਤੋਂ ਬੈਠੇ ਨੇ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਝੂਠ ਤੇ ਝੂਠ ਫੈਲਾ ਰਹੀ ਹੈ, ਲੋਕਾਂ ਨੂੰ ਝੂਠ ਵੰਡ ਰਹੀ ਹੈ। ਔਰ ਜਦੋਂ ਲੋਕ ਕੁਝ ਮੰਗਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਲਾਠੀਆਂ, ਕੁੱਟਮਾਰ ਜਿਹੜੀ ਹੈਗੀ ਹੈ, ਜਾਂ ਕੇਸ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਬਣਾਏ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਜੀ ਤੁਹਾਨੂੰ ਲੱਗਦਾ, ਮਤਲਬ ਕਹਿਣ ਤੋਂ ਆਪਾਂ ਇਹ ਗਰੇਜ ਨਹੀਂ ਕਰ ਸਕਦਾ ਕੋਈ ਵੀ ਬੰਦਾ ਜੀ ਵੀ ਆ ਲੋਕਤੰਤਰ ਨਹੀਂ ਹੈਗਾ ਇੱਥੇ, ਤਾਂ ਇੱਥੇ ਤਾਨਾਸ਼ਾਹੀ ਇਹ ਡੰਡਾ ਤੰਤਰ ਚੱਲ ਰਿਹਾ ਹੈ। ਡੰਡਾ ਤੰਤਰ ਚੱਲ ਰਿਹਾ ਜੀ। ਆਪਾਂ ਗੱਲ ਕਰੀਏ ਹੁਣ ਪੋਲਿਟਿਕਸ ਦੀ ਆ ਜਾਓ ਤਾਂ ਜੇ ਕਾਂਗਰਸ ਸਭ ਤੋਂ ਵੱਧ ਜਿਹੜਾ ਹੈਗਾ ਉਹ ਅੰਦਰੂਨੀ ਜੰਗ ਦੇ ਵਿੱਚ ਘਿਰੀ ਹੋਈ ਹੈ। ਬਿਲਕੁਲ। 3 ਮੈਂਬਰੀ ਕਮੇਟੀ ਨੇ ਵੀ ਜਿਹੜੀ ਹੈਗੇ ਮੰਥਨ ਕਰ ਲਿਆ। ਅੱਜ ਫੇਰ ਦੁਬਾਰਾ ਮੀਟਿੰਗ ਦੇ ਵਿੱਚ ਬੈਠੇ ਨੇ ਉਹ ਖੜਗੇ ਕਮੇਟੀ ਜਿਹੜੀ ਕਹਿ ਸਕਦੇ ਆਪਾਂ ਉਹਦਾ ਨਾਂ ਲਿਆ। ਜੀ। ਤਾਂ ਉਹਨਾਂ ਨੇ ਰਿਪੋਰਟਸ ਅੱਜ ਸੌਂਪਣੀ ਸੀ, ਪਰ ਹੋ ਸਕਦਾ ਕੋਈ ਅਲੱਗ ਉਹਨਾਂ ਦਾ ਨਜ਼ਰੀਆ ਸੀਗਾ, ਉਹਦੇ ਤੇ ਜ਼ਰੂਰੀ ਸੀਗੀ ਚਰਚਾ ਕਰਨੀ, ਤਾਂ ਉਹਦੇ ਤੇ ਚਰਚਾ ਕਰ ਰਹੇ ਨੇ। ਤਾਂ ਤੁਹਾਨੂੰ ਕੀ ਲੱਗਦਾ ਕਿ ਰਿਪੋਰਟ ਦੇ ਵਿੱਚ ਜਿਵੇਂ ਕਿਹਾ ਜਾ ਰਿਹਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਮਜ਼ਬੂਤੀ ਪੱਖ ਦਿਖਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਵੀ, ਕਿਉਂਕਿ ਅੰਦਰੂਨੀ ਲੜਾਈ ਹੈ, ਇੱਕ ਦੂਜੇ ਤੋਂ ਵੱਡਾ ਹੋਣਾ ਜ਼ਰੂਰੀ ਹੈ, ਤਾਂ ਸੀਟ ਖੁੱਸਦੀ ਹੈ ਜੇ ਨਹੀਂ, ਜੇ ਕਿਤੇ ਕਮਜ਼ੋਰ ਦਿਖੋਗੇ। ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਪੱਖ ਧੜਾ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਸੀ, ਕਿਤੇ ਨਾ ਕਿਤੇ ਇਹ ਢਿੱਲੇ ਪਏ ਨੇ? ਕਿਉਂਕਿ ਹੁਣ ਕੋਈ ਟਵੀਟ ਵੀ ਨਹੀਂ ਆ ਰਿਹਾ, ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਵੀ ਨਹੀਂ ਆ ਰਹੀ। ਕਿਸ ਤਰ੍ਹਾਂ ਦੀ ਰਿਪੋਰਟ ਅੱਗੇ ਪੇਸ਼ ਹੋਣੀ ਹੈ, ਸੋਨੀਆ ਕੋਲ ਕੱਲ ਨੂੰ ਪੇਸ਼ ਹੋਣੀ ਹੈ, ਕਿਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਸੂਤਰਾਂ ਤੋਂ ਖਬਰ ਆ ਰਹੀਆਂ ਨੇ ਤੁਹਾਡੇ ਕੋਲ? ਪਰਮਿੰਦਰ ਜੀ, ਦੇਖੋ, ਜਦੋਂ ਤੁਹਾਡੀ ਜਿਵੇਂ ਤੁਸੀਂ ਰਿਪੋਰਟ ਕਿਹਾ ਕਿ ਖੜਗੇ ਜੀ ਨੇ ਪਿਛਲੇ 5 ਦਿਨ ਲਾ ਕੇ ਸਾਰਾ ਜਿਹੜਾ ਮੰਥਨ ਕੀਤਾ ਗਿਆ ਸੀਗਾ ਕਾਂਗਰਸ ਦੇ ਦੁਆਰਾ, ਔਰ ਉਸ ਦੀ ਰਿਪੋਰਟ ਜਦੋਂ ਹਾਈ ਕਮਾਂਡ ਦੇ ਕੋਲੇ, ਖਾਸ ਤੌਰ ਤੇ ਰਾਹੁਲ ਜੀ, ਪ੍ਰਿੰਕਾ ਜੀ, ਸੋਨੀਆ ਜੀ ਕੋਲ ਪਹੁੰਚੀ ਹੈ, ਔਰ ਉਹਦਾ ਜਿਹੜਾ ਫੈਸਲਾ ਆਉਣਾ ਹਜੇ ਬਾਕੀ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹਜੇ ਚੁੱਪ ਕਿਉਂ ਨੇ ਉਹ, ਇਸ ਲਈ ਇਹ ਵੱਖ-ਵੱਖ ਧੜੇ ਚੁੱਪ ਨੇ, ਕਿਉਂਕਿ ਉਹਨਾਂ ਨੂੰ ਉਮੀਦ ਹੈ ਕਿ ਜਿਹੜੀ ਹਾਈ ਕਮਾਂਡ ਹੈ ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੇਗੀ। ਭਾਵ ਕਿ ਜਿਹਦੀ ਜਿੰਨੀ ਵੈਲਿਊ ਹੈ ਔਰ ਜਿਹਦੀ ਜਿਹੜਾ ਬੰਦਾ ਡਿਜ਼ਰਵ ਕਰਦਾ ਉਹਨੂੰ ਉਹ ਕੁਰਸੀ ਦਿੱਤੀ ਜਾਏਗੀ। ਔਰ ਅਗਲੀਆਂ ਜਿਹੜੀਆਂ 22 ਦੀਆਂ ਚੋਣਾਂ ਨੇ ਉਹ ਕਿਸ ਬੰਦੇ ਦੀ, ਕਿਸ ਸ਼ਖਸ ਦੀ ਜਿਹੜੀ ਹੈਗੀ ਹੈ ਰਹਿਨੁਮਾਈ ਦੇ ਵਿੱਚ ਲੜੀਆਂ ਜਾਣਗੀਆਂ, ਇਹਦੀ ਸਟ੍ਰੈਟਜੀ ਜਿਹੜੀ ਹੈਗੀ ਕਾਂਗਰਸ ਇਸ ਵੇਲੇ ਬਣਾ ਰਹੀ ਹੈ। ਔਰ ਉਹਦੇ ਵਿੱਚ ਜਿਉਂ-ਜਿਉਂ ਇਹ ਚੀਜ਼ਾਂ ਲੇਟ ਹੋ ਰਹੀਆਂ ਨੇ, ਤਿਉਂ-ਤਿਉਂ ਕਾਂਗਰਸ ਦੇ ਵਿੱਚ ਅੰਦਰੂਨੀ ਜਿਹੜੀ ਹੈਗੀ ਹੈ ਖਾਨਾ ਜੰਗੀ ਉਹ ਵੱਧਦੀ ਜਾ ਰਹੀ ਹੈ। ਤੁਸੀਂ ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਏਗਾ ਕਿ ਪੋਸਟਰ ਵਾਰ ਸ਼ੁਰੂ ਹੋਈ, ਇੱਕ ਦੂਜੇ ਦੇ ਵਿਰੋਧ ਦੇ ਵਿੱਚ, ਇੱਕ ਦੂਜੇ ਨੂੰ ਉੱਪਰ ਚੁੱਕਣ ਦੇ ਲਈ ਤੁਸੀਂ ਦੇਖਿਆ ਹੋਏਗਾ ਕਿ ਪੋਸਟਰ ਜਿਹੜੇ ਸੀਗੇ ਲੱਗਣੇ ਸ਼ੁਰੂ ਹੋ ਗਏ। ਅੱਜ ਵੀ ਪੋਸਟਰ ਲਗਾਤਾਰ ਲੱਗ ਰਹੇ ਨੇ। ਸਨੀ ਦਿਓਲ ਦੇ ਪੋਸਟਰ ਲੱਗ ਗਏ, ਕਿਤੇ ਗੁੰਮਸ਼ੁਦਗੀ ਦੇ, ਪਹਿਲਾਂ ਸਿੱਧੂ ਦੇ ਲੱਗੇ ਸੀਗੇ ਜੀ। ਤੇ ਹੁਣ ਇੱਕ ਨਵਾਂ ਪੋਸਟਰ ਜਿਹੜਾ ਪਹਿਲਾਂ ਅੰਮ੍ਰਿਤਸਰ ਲੱਗਿਆ ਸੀ ਪਠਾਨਕੋਟ, ਹੁਣ ਉਹ ਵੀ ਲੱਗ ਗਿਆ ਇੱਧਰ, ਉਹਦਾ ਵੀ ਫਰੀਦਕੋਟ ਵੀ ਲੱਗ ਰਿਹਾ। ਯਾਨੀ ਕਿ ਸਰ ਕੈਪਟਨ ਸਾਹਿਬ ਜਿਹੜੇ ਨੇ ਆਪਣੀ ਮਸ਼ਹੂਰੀ ਕਰਨ ਦੇ ਲਈ ਆਪਣੇ ਜਿਹੜੇ ਨੇ ਦੋਸਤਾਂ ਮਿੱਤਰਾਂ ਤੋਂ ਆਪਣੀ ਮਸ਼ਹੂਰੀ ਆਪ ਹੀ ਕਰਵਾਈ ਜਾਂਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਸਰਕਾਰ ਇਦਾਂ ਦੇ ਕੰਮਾਂ ਤੇ ਲੱਗੀ ਹੋਈ ਹੈ, ਦੂਜੇ ਪਾਸੇ ਪੰਜਾਬ ਦੇ ਲੋਕ ਤਰਾਹ ਕਰ ਰਹੇ ਨੇ। ਕੋਈ ਉਹਨਾਂ ਦਾ 6ਵਾਂ ਪੇ ਕਮਿਸ਼ਨ ਜਿਹੜੀ ਬੜੇ ਲੰਬੇ ਸਮੇਂ ਤੋਂ ਲਾਰਾ ਲਾਇਆ ਜਾ ਰਿਹਾ ਸੀਗਾ, ਕਦੇ ਕਹਿੰਦੇ ਮਈ 'ਚ ਦੇਵਾਂਗੇ, ਕਦੇ ਜੁਲਾਈ 'ਚ ਦੇਵਾਂਗੇ, ਕਦੇ ਅਗਸਤ 'ਚ ਦੇਵਾਂਗੇ, ਉਹ ਵੀ ਇਹਨਾਂ ਨੇ ਊਠ ਦਾ ਬੁੱਲ ਜਿਹੜਾ ਹੈਗਾ ਬਣਾ ਰੱਖਿਆ ਹੈ। ਔਰ ਲੋਕਾਂ ਨੂੰ ਵਿਚਾਰੇ ਜਿਹੜੇ ਮੁਲਾਜ਼ਮ ਲੋਕ ਨੇ ਉਹ ਉਮੀਦ ਕਰਦੇ ਨੇ ਕਿ ਸ਼ਾਇਦ ਹੁਣ ਮਿਲ ਜਾਏ। ਸੋ ਉਹਦੇ ਬਾਰੇ ਵੀ ਕੋਈ ਜਿਹੜੀ ਹੈਗੀ ਹੈ ਸੀਰੀਅਸ ਕੋਈ ਉਹਨਾਂ ਦਾ ਸਰਕਾਰ ਵੱਲੋਂ, ਖਾਸ ਤੌਰ ਤੇ ਮਨਪ੍ਰੀਤ ਬਾਦਲ ਹੋਣਾ ਵੱਲੋਂ ਕੋਈ ਬਿਆਨ ਨਹੀਂ ਆ ਰਿਹਾ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਆਪੋ ਧਾਪੀ ਹੈ ਔਰ ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਹੈ ਖਾਨਾ ਜੰਗੀ ਹੈ। ਔਰ ਲਗਭਗ 5-6 ਗਰੁੱਪ ਜਿਹੜੇ ਨੇ, ਵੱਡੇ ਗਰੁੱਪ ਨੇ, ਉਹ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਲੱਗੇ ਹੋਏ ਨੇ। ਔਰ ਜੇ ਇਹੀ ਹਾਲ ਰਿਹਾ, ਮੈਂ ਇਹ ਕਹਿਣਾ ਚਾਹੁੰਦਾ ਬਹੁਤ ਜ਼ੋਰ ਦੇ ਨਾਲ, ਜੇ ਇਦਾਂ ਹੀ ਹਾਲ ਚੱਲਦਾ ਰਿਹਾ, ਜੇ ਇਹਨੂੰ ਕੰਟਰੋਲ ਨਾ ਹੋਇਆ, ਤਾਂ ਲਾਜ਼ਮੀ ਤੌਰ ਤੇ 22 ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਾਂਗਰਸ ਜਿਹੜੀ ਹੈਗੀ ਹਾਰੇਗੀ। ਔਰ ਇਹਦਾ ਖਮਿਆਜਾ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਜ਼ਿੰਮੇਵਾਰੀ ਲੈਣੀ ਹੋਏਗੀ, ਕਿ ਕੈਪਟਨ ਸਾਹਿਬ ਕਰਕੇ, ਕਿਉਂਕਿ 4-4.5 ਸਾਲ ਉਹ ਪੰਜਾਬ ਦੇ ਵਿੱਚ ਵੜੇ ਨਹੀਂ, ਉਹਨਾਂ ਦੀ ਜ਼ਿੰਮੇਵਾਰੀ ਸਾਰੀ ਇਹ ਬਣੇਗੀ।
ਔਰ ਉਹ ਸਾਰੀ ਗਾਜ ਜਿਹੜੀ ਹੈਗੀ ਕੈਪਟਨ ਸਾਹਿਬ ਦੇ ਉੱਤੇ ਗਿਰੇਗੀ ਆਉਣ ਵਾਲੇ ਸਮੇਂ ਦੇ ਵਿੱਚ। ਜੀ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਅਫਰਾ ਤਫਰੀ ਦਾ ਮਾਹੌਲ ਬਣਿਆ ਪਿਆ, ਕਿਤੇ ਸਿਹਤ ਸਹੂਲਤਾਂ ਦਾ, ਸਿੱਖਿਆ ਦਾ ਕੋਈ ਨਾਂ ਨਹੀਂ ਹੈਗਾ। ਅੱਜ ਮੈਂ ਖਬਰ ਪੜ੍ਹ ਰਿਹਾ ਸੀ ਜਗਰਾਉਂ ਦੇ ਇੱਕ ਨੌਜਵਾਨ ਦਾ ਕੱਲ ਐਕਸੀਡੈਂਟ ਹੋਇਆ ਸੀਗਾ ਜੀ, ਤੇ ਉਹਦੇ ਸਿਰ 'ਚ ਸੱਟ ਲੱਗੀ ਤਾਂ ਉਹਨੂੰ ਜਗਰਾਉਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਤੋਂ ਬਾਅਦ ਸਿਵਲ ਹਸਪਤਾਲ ਤੋਂ ਕਿਹਾ ਗਿਆ ਕਿ ਸੀਰੀਅਸ ਕੇਸ ਹੈ ਤਾਂ ਉਹਨੂੰ ਲੁਧਿਆਣੇ ਰੈਫਰ ਕਰਤਾ। ਲੁਧਿਆਣੇ ਵਾਲਿਆਂ ਨੇ ਰਜਿੰਦਰਾ 'ਚ ਰੈਫਰ ਕਰਤਾ। ਰਜਿੰਦਰਾ ਵਾਲੇ ਜਿਹੜਾ ਸ਼ਾਹੀ ਸ਼ਹਿਰ ਹੈ, ਜਿਹਨੂੰ ਪਟਿਆਲਾ ਕਿਹਾ ਜਾਂਦਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ, CM ਦਾ ਸ਼ਹਿਰ ਹੈ ਪੰਜਾਬ ਦੇ, ਉੱਥੇ ਨਿਊਰੋ ਦਾ ਸਰਜਨ ਹੀ ਕੋਈ ਨਹੀਂ। ਉੱਥੋਂ PGI ਰੈਫਰ ਕਰ ਦਿਆ ਜਾਂਦਾ। PGI ਦੇ ਵਿੱਚੋਂ ਇਹ ਕਿਹਾ ਜਾਂਦਾ ਕਿ ਜੇ ਨਾ ਬਚਿਆ ਤਾਂ ਤੁਹਾਨੂੰ ਲਾਸ਼ ਨਹੀਂ ਦੇਣੀ ਅਸੀਂ। ਤਾਂ ਉਹ ਡਰ ਦੇ ਮਾਰੇ ਪਰਿਵਾਰ ਵਿਚਾਰਾ ਫੇਰ ਜਗਰਾਉਂ ਆ ਜਾਂਦਾ ਇੱਕ ਪ੍ਰਾਈਵੇਟ ਹਸਪਤਾਲ 'ਚ। ਪ੍ਰਾਈਵੇਟ ਹਸਪਤਾਲ ਵਾਲੇ ਫਰੀਦਕੋਟ ਰੈਫਰ ਕਰ ਦਿੰਦੇ ਆ ਜੀ, ਫਰੀਦਕੋਟ ਵਾਲੇ ਵੀ ਜਵਾਬ ਦਿੰਦੇ, ਫਿਰ ਆ ਕੇ ਸਿਵਲ ਹਸਪਤਾਲ 'ਚ ਜਗਰਾਉਂ ਰਸਤੇ ਦੇ ਵਿੱਚ ਉਹ ਵਿਚਾਰਾ ਨੌਜਵਾਨ 28 ਸਾਲ ਦਾ ਜਿਹੜਾ ਹੈਗਾ ਉਹ ਦਮ ਤੋੜ ਦਿੰਦਾ ਜੀ। ਤੇ ਉਹ ਹਾਲਾਤ ਨੇ, ਉਹ ਸਾਰੇ ਪੰਜਾਬ ਦਾ ਚੱਕਰ ਲਾ ਚੁੱਕਿਆ ਬੰਦਾ ਗਰੀਬ, ਉਹ ਪਰਿਵਾਰ ਲੈ ਕੇ ਫਰੀ ਗਿਆ ਉਹਨੂੰ। ਤੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੈਗਾ ਤੇ ਇਹ ਆਪਣੀਆਂ ਪਿੱਠਾਂ ਥਾਪੜਦੇ ਫਿਰਦੇ ਆ। ਇਹ ਕਹਿੰਦੇ ਕਿ ਅਸੀਂ 84% ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਕੰਮ ਅਸੀਂ ਕਰਤੇ ਆ। ਕੰਮ ਕਿੱਥੇ ਲੋਕਾਂ ਦੇ ਲਈ ਕਿਹੜਾ ਕੰਮ ਕੀਤਾ ਉਹ ਤਾਂ ਫਿਲਹਾਲ ਦਿਖਦਾ ਨਹੀਂ ਹੈ ਜੀ। ਸੋ ਚਲੋ ਹੁਣ ਆਪਾਂ ਸਿਹਤ ਵਾਲੇ ਪਾਸੇ ਮੁੜੇ ਆ ਤਾਂ ਇਹ ਫਤਿਹ ਕਿੱਟਾਂ ਦਾ ਵੀ ਬੜਾ ਰੌਲਾ ਪਿਆ। ਪਹਿਲਾਂ ਵੈਕਸੀਨ ਦਾ ਪਿਆ ਸੀਗਾ, ਆਮ ਆਦਮੀ ਪਾਰਟੀ ਬੜੇ ਵੱਡੇ ਲੈਵਲ ਤੇ ਜਿਹੜਾ ਉਹਨਾਂ ਨੇ ਮੁੱਦਾ ਚੁੱਕਿਆ ਹੈ ਇਹ ਫਤਿਹ ਕਿੱਟਾਂ ਦਾ। ਤੇ ਉਹ ਕਿੱਦਾਂ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਟੈਂਡਰ ਲਏ, ਵਧਾਏ ਗਏ, ਕਿਸ ਤਰ੍ਹਾਂ 836 ਰੁਪਏ ਦੀ ਕਿੱਟ ਨੂੰ 1300 ਤੱਕ ਲੈ ਕੇ ਜਾਂਦਾ, 1350 ਤੱਕ ਲੈ ਕੇ ਗਏ। ਤੇ ਉਹ ਕੀ ਮਾਜਰਾ ਹੈਗਾ ਜੀ? ਦੇਖੋ, ਜਿਹੜੀ ਫਤਿਹ ਕਿੱਟ ਹੁੰਦੀ ਹੈ, ਇਹ ਜਦੋਂ ਵੀ ਕਰੋਨਾ ਪੇਸ਼ੈਂਟ ਹੁੰਦਾ ਹੈ ਔਰ ਉਹਦਾ ਪੋਜ਼ਿਟਿਵ ਆ ਜਾਂਦਾ ਹੈ ਤਾਂ ਉਸ ਨੂੰ ਇਹ ਕਿੱਟ ਦਿੱਤੀ ਜਾਂਦੀ ਹੈ। ਇਹਦੇ ਵਿੱਚ ਦਵਾਈਆਂ ਵੀ ਹੁੰਦੀਆਂ ਨੇ, ਇਹਦੇ ਵਿੱਚ ਥਰਮਾਮੀਟਰ ਹੁੰਦੇ ਨੇ, ਇਹਦੇ ਵਿੱਚ ਹੋਰ ਜਿਹੜੀਆਂ ਲੋੜੀਂਦੀਆਂ ਜਿਹੜੀਆਂ ਚੀਜ਼ਾਂ ਨੇ, ਬੁਨਿਆਦੀ ਚੀਜ਼ਾਂ ਨੇ, ਬੁਨਿਆਦੀ ਦਵਾਈਆਂ ਨੇ, ਫਸਟ ਏਡ ਟਾਈਪ, ਉਹ ਸਾਰੀਆਂ ਕਿੱਟ ਜਿਹੜੀ ਹੈਗੀ ਆ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ। ਔਰ ਇਹਦਾ ਜਿਹੜਾ ਰੇਟ ਹੈ, ਸਰਕਾਰੀ ਰੇਟ, ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲਗਭਗ 850 ਰੁਪਏ ਦੀ ਪਰ ਕਿੱਟ ਜਿਹੜੀ ਹੈਗੀ ਆ ਲਈ ਗਈ ਸੀ, ਪਹਿਲਾਂ ਵੀ ਲਈ ਗਈ, ਹੁਣ ਵੀ ਇਹਦਾ ਰੇਟ ਉਹੀ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਵੀ ਉਹਨਾਂ ਨੇ, ਕਾਂਗਰਸ ਨੇ ਸੋਚਿਆ ਕਿ ਇਹਦੇ ਵਿੱਚੋਂ ਵੀ ਕਿਉਂ ਨਾ ਪੈਸਾ ਕਮਾਇਆ ਜਾਏ। ਸੋ ਉਹੀ ਜਿਹੜੇ ਨੇ ਉਸੇ ਨੂੰ ਦੂਸਰੇ ਕਿਸੇ ਹੋਰ ਠੇਕੇਦਾਰ ਤੋਂ ਇਹ ਜਿਹੜੀਆਂ ਕਿੱਟਾਂ ਸੀਗੀਆਂ ਲਗਭਗ 1350 ਰੁਪਏ ਦੀ ਪਰ ਕਿੱਟ ਜਿਹੜੀ ਹੈਗੀ ਆ ਉਹਦੇ ਟੈਂਡਰ ਪਾਸ ਕੀਤੇ ਗਏ ਔਰ 1350 ਕਿੱਟ ਦੇ ਪਰ ਕਿੱਟ ਦੇ ਹਿਸਾਬ ਨਾਲ ਜਿਹੜੇ ਸੀਗੇ 1.5 ਲੱਖ ਕਿੱਟ ਜਿਹੜੀ ਹੈਗੀ ਆ ਉਹ ਖਰੀਦੀ ਗਈ ਔਰ ਇਹਦੇ ਵਿੱਚੋਂ ਪੂਰੇ ਦੀ ਪੂਰੇ ਤਰ੍ਹਾਂ ਹੱਥ ਰੰਗੇ ਗਏ, ਪੂਰਾ ਪੈਸਾ ਜਿਹੜਾ ਹੈਗਾ ਸੀ ਖਾਧਾ ਗਿਆ। ਸੋ ਇਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੋਵੈਕਸੀਨ ਹੈ ਉਸ ਦੀ ਖਰੀਦ ਦੇ ਵਿੱਚ ਬਹੁਤ ਵੱਡੇ ਜਿਹੜੇ ਘੁਟਾਲੇ ਸਾਹਮਣੇ ਆਏ ਸੀਗੇ, ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਘੁਟਾਲਿਆਂ 'ਚ ਫਸਦੀ ਨਜ਼ਰ ਆ ਰਹੀ ਹੈ ਇਸ ਵੇਲੇ ਕੈਪਟਨ ਸਰਕਾਰ, ਔਰ ਇਹਦਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋ ਸਕਦਾ ਘੁਟਾਲੇ ਸਾਹਮਣੇ ਆਉਣਗੇ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਅੱਜ ਅਸੀਂ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ, ਪਰਮਿੰਦਰ ਜੀ ਇਹ ਗੱਲ ਬਹੁਤ ਮੈਂ ਗੂੜੇ ਅੱਖਰਾਂ ਦੇ ਵਿੱਚ ਕਹਿਣਾ ਚਾਹੁੰਦਾ ਕਿ ਅੱਜ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਅੱਜ ਅਸੀਂ 75 ਸਾਲਾਂ ਦੀ ਆਜ਼ਾਦ ਹੋਇਆਂ ਨੂੰ ਹੋ ਗਏ ਮੁਲਕ, ਔਰ ਇਹ ਸਾਡੇ ਤੋਂ ਬਾਅਦ ਵਾਲੇ ਮੁਲਕ ਕਿਤੇ ਦੀ ਕਿਤੇ ਪਹੁੰਚ ਗਏ। ਸਾਡੇ ਕੋਲੇ ਨਾ ਅੱਜ ਸਿਹਤ ਸਹੂਲਤਾਂ ਨੇ, ਨਾ ਅੱਜ ਸਾਡੇ ਕੋਲ ਪ੍ਰੋਪਰ ਸਾਡੇ ਕੋਲ ਐਜੂਕੇਸ਼ਨ ਹੈ, ਨਾ ਕੋਈ ਬੁਨਿਆਦੀ ਜਿਹੜੀਆਂ ਮਨੁੱਖੀ ਲੋੜਾਂ ਹੁੰਦੀਆਂ ਨੇ ਉਹਦੇ ਲਈ ਕੋਈ ਸਰਕਾਰਾਂ ਪ੍ਰਬੰਧ ਕਰ ਸਕੀਆਂ ਨੇ। ਸਿਰਫ ਤੇ ਘੁਟਾਲੇ ਤੋਂ ਘੁਟਾਲੇ, ਇੱਕ ਤੋਂ ਇੱਕ ਬਾਅਦ ਇੱਕ ਜਿਹੜਾ ਹੈਗਾ ਹੁੰਦਾ ਨਜ਼ਰ ਆ ਰਿਹਾ। ਔਰ ਲੋਕ ਵੀ ਕੀ ਕਰਨ, ਇੱਕ ਤੋਂ ਬਾਅਦ ਜਦੋਂ ਦੂਜਾ ਘੁਟਾਲਾ ਆਉਂਦਾ ਉਹ ਪਹਿਲੇ ਨੂੰ ਭੁੱਲ ਜਾਂਦੇ ਨੇ, ਅਗਲਾ ਜਿਹੜਾ ਹੈਗਾ ਉਹਨਾਂ ਨੂੰ ਯਾਦ ਰਹਿ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜੇਕਰ ਸਾਡੀਆਂ ਸਰਕਾਰਾਂ ਸਾਡੇ ਬੁਨਿਆਦੀ ਸਹੂਲਤਾਂ ਜਿਹੜੀਆਂ ਸਾਨੂੰ ਨਹੀਂ ਦੇ ਸਕੀਆਂ ਤਾਂ ਲਾਹਨਤ ਹੈ ਇੱਦਾਂ ਦੀਆਂ ਸਰਕਾਰਾਂ ਦੇ ਉੱਤੇ ਕਿ ਚਾਹੇ ਉਹ ਪਿਛਲੇ ਦਿਨਾਂ ਦੇ ਵਿੱਚ, ਚਾਹੇ ਉਹ ਕਿਸੇ ਦੀਆਂ ਵੀ ਸਰਕਾਰਾਂ ਰਹੀਆਂ ਹੋਣ, ਉਹ ਆਪਾਂ ਨੂੰ ਪਤਾ ਹੈ ਕਿ ਚਾਹੇ BJP ਦੀ ਸਰਕਾਰ ਰਹੀ ਹੋਵੇ, ਚਾਹੇ ਅਕਾਲੀ ਦਲ ਦੀ ਰਹੀ ਹੋਵੇ, ਚਾਹੇ ਹੋਰ ਕਿਸੇ ਕਾਂਗਰਸ ਦੀ ਰਹੀ ਹੋਵੇ, ਯਾਨੀ ਕਿ ਕਿਸੇ ਨੇ ਵੀ ਜਿਹੜੀਆਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਜਿਹੜੀ ਲੋੜ ਸੀਗੀ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿਰਫ ਆਪਣੇ ਢਿੱਡ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਤੁਸੀਂ ਆਪਾਂ ਘੁਟਾਲਿਆਂ ਦੀ ਗੱਲ ਕਰ ਰਹੇ ਹਾਂ, ਇਹ ਹਰ ਸਰਕਾਰ ਦੇ ਪੀਰੀਅਡ ਦੇ ਵਿੱਚ ਘੁਟਾਲੇ ਨਜ਼ਰ ਆਉਂਦੇ ਨੇ। ਔਰ ਇਹੀ ਕੈਪਟਨ ਸਾਹਿਬ ਤੁਸੀਂ ਦੇਖੋਗੇ ਕਿ ਜਦੋਂ ਇਹਨਾਂ ਦੇ ਅੱਗੇ ਸਵਾਲ ਉਠਾਏ ਜਾਣਗੇ ਤਾਂ ਇਹੀ ਕਹਿਣਗੇ ਕਿ ਇਹ ਸਾਡੇ ਮੰਤਰੀ ਨੇ ਇਹਦਾ ਬਿਲਕੁਲ ਦੁੱਧ ਧੋਤੇ ਨੇ, ਇਹਨਾਂ ਨੇ ਕੋਈ ਇਦਾਂ ਦਾ ਘੁਟਾਲਾ ਨਹੀਂ ਕੀਤਾ। ਤੁਹਾਨੂੰ ਵੀ ਯਾਦ ਹੋਏਗਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਗਰੀਬ ਦਲਿਤ ਪਰਿਵਾਰਾਂ ਦੇ ਬੱਚੇ ਸੀਗੇ, ਨੌਜਵਾਨ ਸੀਗੇ, ਉਹਨਾਂ ਦੇ ਵੀ ਪੈਸੇ ਜਿਹੜਾ ਸਕਾਲਰਸ਼ਿਪ ਖਾਧਾ ਗਿਆ ਸੀਗਾ ਧਰਮਸੋਤ ਦੇ ਰਾਹੀਂ। ਸੋ ਉਦੋਂ ਵੀ ਜਿਹੜਾ ਹੈਗਾ ਬਹੁਤ ਹੱਲਾ ਗੁੱਲਾ ਮਚਿਆ ਸੀਗਾ, ਉਹਦਾ ਵੀ ਕੁਝ ਨਹੀਂ ਬਣਿਆ। ਸੋ ਉਮੀਦ ਇਹੀ ਕੀਤੀ ਜਾ ਰਹੀ ਹੈ ਇਸ ਵੇਲੇ ਕਿ ਇਹਨਾਂ ਘੁਟਾਲਿਆਂ ਦਾ ਵੀ ਕੁਝ ਨਹੀਂ ਬਣੇਗਾ। ਸੋ ਇਦਾਂ ਹੀ ਜਿਹੜੀ ਹੈਗੀ ਆ ਸਰਕਾਰਾਂ ਚੱਲ ਰਹੀਆਂ ਨੇ
ਔਰ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਨੇ ਔਰ ਆਪਣਾ ਟਾਈਮ ਪਾਸ ਜਿਹੜੀ ਹੈਗੀ ਆ ਕੈਪਟਨ ਸਾਹਿਬ ਕਰੀ ਜਾ ਰਹੇ ਨੇ। ਜੀ ਡਾਕਟਰ ਸਾਹਿਬ, ਇੱਕ ਲਾਸਟ ਕੁਐਸਚਨ ਹੈ ਜਿਹੜਾ ਜੀ ਹੁਣ ਵਿਰੋਧ ਜਿਵੇਂ ਰਾਜਸੀ ਪਾਰਟੀਆਂ ਇੱਕ ਦੂਜੇ ਦਾ ਕਰਦੀਆਂ ਹੀ ਨੇ, ਜੀ ਜਿਉਂ ਸਮਾਂ ਨੇੜੇ ਆ ਰਿਹਾ ਹੈ ਤੇ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਜਾਂ ਹੋਰ ਜਿਹੜੇ ਨਾਲ ਇੱਥੇ ਪੰਜਾਬ 'ਚ ਪਾਰਟੀਆਂ ਨੇ, ਚਾਹੇ BSP ਹੈ ਜਾਂ ਜੋ ਜੀ 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 ਲਗਾਤਾਰ ਸਰਕਾਰ ਤੇ ਹਮਲੇ ਕਰ ਰਹੀਆਂ, BJP ਵਗੈਰਾ, ਤੇ ਹੁਣ ਤਾਂ ਜਿਹੜੀਆਂ ਵਿਰੋਧ ਕਰਨ ਦੀ ਸੜਕਾਂ ਤੇ ਵੀ ਉਤਰ ਆਏ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਮੁੱਦਿਆਂ ਨੂੰ ਲੈ ਕੇ, ਕਿਤੇ ਲੰਬੀ ਦੀ ਸ਼ਰਾਬ ਫੈਕਟਰੀ, ਬਿਲਕੁਲ ਠੀਕ ਹੈ ਜੀ, ਕਿਤੇ ਵੈਕਸੀਨ, ਕਿਤੇ ਫਤਿਹ ਕਿੱਟ, ਕਿਤੇ ਹੋਰ ਘੁਟਾਲੇ ਹਨ। ਜੀ ਉਹ ਹੁਣ ਕੈਪਟਨ ਸਰਕਾਰ ਨੇ DGP ਨੂੰ ਹੁਕਮ ਦੇ ਆ ਜਿਹੜੇ ਵੀ ਪਰਚੇ ਦਰਜ ਕਰੋ ਇਹਨਾਂ ਦੇ, ਬਿਲਕੁਲ ਬਿਲਕੁਲ ਆਪਦਾ ਪ੍ਰਬੰਧਨ ਐਕਟ ਥੱਲੇ, ਤੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਪਰਮਿੰਦਰ ਜੀ, ਇੱਕ ਪਾਸੇ ਮੋਦੀ ਸਰਕਾਰ ਹੈ ਜਿਹੜੀ ਕਿ ਲਗਾਤਾਰ ਇਸ ਤਰ੍ਹਾਂ ਦੀ ਜਿਹੜੇ ਬਿਆਨ ਜਾਰੀ ਕਰ ਰਹੀ ਹੈ ਜਾਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਹੈ, ਔਰ ਜਿਹਦੇ ਵਿੱਚ ਨਾ ਅਪੀਲ, ਵਕੀਲ, ਦਲੀਲ ਜਿਹੜੀ ਹੈਗੀ ਆ ਕੋਈ ਨਹੀਂ ਸੁਣਵਾਈ। ਇਸੇ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਉਹਦੇ ਤੋਂ ਸਿੱਖ ਕੇ ਕੈਪਟਨ ਸਾਹਿਬ ਕਰ ਰਹੇ ਨੇ ਕਿ ਇੱਥੇ ਜਿਹੜਾ ਹੈਗਾ ਜੇ ਹੁਣ ਕੋਈ ਵੀ ਬੰਦਾ ਬੋਲਦਾ ਹੈ ਉਹਨਾਂ ਦੇ ਖਿਲਾਫ, ਚਾਹੇ ਉਹ ਵਿਰੋਧੀ ਪਾਰਟੀ ਦਾ ਹੈ ਜਾਂ ਵਿਰੋਧੀ ਪਾਰਟੀ ਦਾ ਨਹੀਂ ਹੈ, ਉਹਨਾਂ ਦਾ ਮਤਲਬ ਇਹੀ ਹੈ ਕਿ ਤੁਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ। ਕਰੋਨਾ ਦੇ ਨਾਂ ਦੇ ਉੱਤੇ ਉਹ ਮਤਲਬ ਚਾਹੁੰਦੇ ਨੇ ਕਿ ਕਿਸੇ ਨੂੰ ਜਿਹੜਾ ਹੈਗਾ, ਹੁਣ ਕਿਉਂਕਿ ਸਮਾਂ ਬਹੁਤ ਘੱਟ ਗਿਆ, ਉਹਨਾਂ ਨੂੰ ਕਰੋਨਾ ਬਹੁਤ ਜ਼ਿਆਦਾ ਰਾਸ ਆ ਚੁੱਕਿਆ ਹੈ, ਔਰ ਕਰੋਨਾ ਦੇ ਨਾਂ ਦੇ ਉੱਤੇ ਕਦੇ ਉਹ ਬਿਲਕੁਲ ਲੋਕਡਾਊਨ ਕਰ ਦਿੰਦੇ ਨੇ, ਕਦੇ ਉਹ ਕਰਫਿਊ ਲਾਉਂਦੇ ਆ, ਕਦੇ ਕੁਝ ਨਾ ਕੁਝ ਲੋਕਾਂ ਦੇ ਜਿਹੜੇ ਬੁਨਿਆਦੀ ਹੱਕ ਨੇ, ਜੀਣ ਦੇ ਅਧਿਕਾਰ ਨੇ, ਉਹਨਾਂ ਦੇ ਉੱਤੇ ਵੀ ਡਾਕੇ ਮਾਰੇ ਜਾ ਰਹੇ ਨੇ। ਔਰ ਉੱਤੋਂ ਜੇ ਕੋਈ ਬੰਦਾ ਬੋਲਦਾ ਹੈ ਉਹਨੂੰ ਜਿਹੜਾ ਹੈਗਾ ਉਹਦੇ ਉੱਤੇ ਇਦਾਂ ਦੇ ਕੇਸ ਬਣਾਏ ਜਾਂਦੇ ਨੇ, ਇਦਾਂ ਦੇ ਜਿਹੜੇ ਹੈਗੇ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਕੁੱਟ ਕਟਾਪਾ ਕੀਤਾ ਜਾਂਦਾ ਹੈ। ਔਰ ਇਹਦਾ ਮਤਲਬ ਇਹੀ ਹੈ ਕਿ ਸਰਕਾਰ ਅੰਦਰੋਂ ਬੁਖਲਾ ਚੁੱਕੀ ਹੈ, ਸਿਰਫ ਆਪਣਾ ਟਾਈਮ ਪਾਸ ਕਰਨਾ ਚਾਹੁੰਦੀ ਹੈ। ਇਸ ਤਰ੍ਹਾਂ ਦੀ ਅਣਐਲਾਨੀ ਐਮਰਜੈਂਸੀ ਮੈਂ ਕਹਿ ਸਕਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਲੱਗੀ ਹੋਈ ਹੈ। ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਲੋਕ ਜਿਹੜੇ ਨੇ ਤਰਾਹ ਕਰ ਰਹੇ ਨੇ, ਜਦੋਂ ਲੋਕ ਬੋਲਣ ਦੀ ਕੋਸ਼ਿਸ਼ ਕਰਦੇ ਆ, ਵਿਰੋਧ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਉਹਨਾਂ ਨੂੰ ਪੁਲਿਸ ਦੇ ਰਾਹੀਂ, DGP ਦੇ ਰਾਹੀਂ, ਜਿਵੇਂ ਤੁਸੀਂ ਕਹਿ ਰਹੇ ਹੋ, ਉਹਨਾਂ ਨੂੰ ਕਹਿ ਕੇ ਉਹਨਾਂ ਦੇ ਉੱਤੇ ਪਰਚੇ ਜਾਂ ਕੇਸ ਦਰਜ ਦੇਣੇ ਨੇ ਜਾਂ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣਾ, ਇਦਾਂ ਦੀਆਂ ਆਮ ਘਟਨਾਵਾਂ ਜਿਹੜੀਆਂ ਨੇ ਇਹ ਵਾਪਰ ਰਹੀਆਂ ਨੇ। ਸੋ ਇੱਕ ਕਿਸਮ ਦੀ ਮੈਂ ਕਹਿ ਸਕਦਾ ਕਿ ਬੁਨਿਆਦੀ ਤੌਰ ਤੇ ਜਿਹੜੇ ਮਨੁੱਖ ਦੀ ਜੀਣ ਦੀ ਹੱਕ ਹੈ, ਬੋਲਣ ਦਾ ਜਿਹੜਾ ਸਾਨੂੰ ਅਧਿਕਾਰ ਮਿਲਿਆ ਹੋਇਆ ਹੈ ਸੰਵਿਧਾਨ ਦੇ ਰਾਹੀਂ, ਉਹਦੇ ਤੇ ਵੀ ਇਹ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਮਿੰਦਰ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ, ਤੁਸੀਂ ਟਾਈਮ ਦਿੱਤਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਬੜੇ ਡੂੰਘੇ ਕਹਿ ਲਓ ਗੰਭੀਰ ਵਿਚਾਰ ਜਿਹੜੇ ਹੈਗੇ ਆ, ਉਹਨਾਂ ਰਾਹੀਂ ਆਪਣੀ ਜਿਹੜੀ ਅੱਜ ਦੀ ਹਾਲਾਤ ਨੇ, ਅੱਜ ਦੇ ਜਿਹੜੇ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਜਿਹੜੇ ਲੋਕ, ਉਸ ਹਾਲਾਤ ਦੇ ਵਿੱਚੋਂ, ਉਸ ਦੌਰ ਦੇ ਵਿੱਚੋਂ, ਉਹਦਾ ਜਿਹੜਾ ਇਹਨਾਂ ਨੇ ਆਪਣੇ ਵਿਚਾਰਾਂ ਰਾਹੀਂ ਪ੍ਰਗਟਾਵਾ ਕੀਤਾ। ਸੋ ਤੁਸੀਂ ਆਪਣੇ ਵਿਚਾਰ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮੈਨੂੰ ਦਿਓ ਇਜਾਜ਼ਤ, ਧੰਨਵਾਦ।